हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ ਕਾਂਸਟੇਬਲ ਭਰਤੀ ਪ੍ਰੀਖਿਆ MCQ ਜਿਓਗ੍ਰਾਫੀ GK ਕਲਾਸ 2 ਲੈ ਕੇ ਆਏ ਹਾਂ। ਅਗਲੇ ਨਵੇਂ MCQ ਪ੍ਰਸ਼ਨ ਉੱਤਰ ਲੈ ਕੇ ਆਏ ਹਾਂ। ਸੋ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਆਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਸਮੇਂ ਸਿਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਨਵੇਂ MCQ ਪ੍ਰਸ਼ਨ ਉੱਤਰ। तो प्रश्न नंबर 16 तो स्टार्ट करांगे। सवेज नहर जोड़ती है, यानी कि सवेज नहर जी सवेज नहर है ये किस नूं जोड़ती है? बाल्टिक सागर ते कैस्पीयन सागर नूं, हिंद महासागर ते लाल सागर नूं, शांत महासागर अते काला सागर नूं, जां उपरोक्त विचों कोई नहीं। तो जी सवेज नहर है तो यह हिंद महासागर अते लाल सागर नूं जोड़ती है। ऑप्शन बी साडा आंसर आएगा। अगला प्रश्न है, ਭਾਰਤ ਦਾ ਕਿਹੜਾ ਰਾਜ ਸਭ ਤੋਂ ਵੱਧ ਖੰਡ ਉਤਪਾਦਨ ਕਰਦਾ ਹੈ? HP, ਤਾਮਿਲਨਾਡੂ, UP ਜਾਂ ਫਿਰ AP? ਤਾਂ ਭਾਰਤ ਦਾ ਰਾਜ ਜਿਹੜਾ ਇਹ UP ਹੈ। ਆਪਸ਼ਨ C ਜਿਹੜਾ ਸਭ ਤੋਂ ਵੱਧ ਖੰਡ ਦਾ ਉਤਪਾਦਨ ਕਰਦਾ ਹੈ। ਅਗਲਾ ਪ੍ਰਸ਼ਨ ਹੈ, ਭਾਰਤ ਦੇ ਕਿਹੜੇ ਰਾਜ ਵਿੱਚ ਚਾਹ ਦੀ ਸਭ ਤੋਂ ਵੱਧ ਪੈਦਾਵਾਰ ਹੁੰਦੀ ਹੈ? ਗੁਜਰਾਤ, ਹਰਿਆਣਾ, पंजाब ਜਾਂ ਫਿਰ ਅਸਾਮ? ਤਾਂ ਇਹਦਾ ਆਨਸਰ ਤੁਹਾਨੂੰ ਪਤਾ ਹੋਏਗਾ, ਅਸਾਮ ਰਾਜ ਹੈ ਜਿਹਦੇ ਵਿੱਚ ਸਭ ਤੋਂ ਵੱਧ ਚਾਹ ਦੀ ਪੈਦਾਵਾਰ ਹੈ ਜਿਹੜੀ ਹੁੰਦੀ ਹੈ ਅਤੇ ਭਾਰਤ ਦਾ ਇੱਕ ਰਾਜ ਹੈ। ਆਪਸ਼ਨ ਡੀ ਸਾਡਾ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤ ਦਾ ਸਭ ਤੋਂ ਵੱਧ ਚਾਵਲ ਉਤਪਾਦਨ ਕਰਨ ਵਾਲਾ ਰਾਜ ਕਿਹੜਾ ਹੈ? ਉੜੀਸਾ, ਬਿਹਾਰ, ਗੁਜਰਾਤ ਜਾਂ ਫਿਰ ਪੱਛਮੀ ਬੰਗਾਲ? ਤਾਂ ਸਭ ਤੋਂ ਵੱਧ ਚਾਵਲ ਉਤਪਾਦਨ ਕਰਨ ਵਾਲਾ ਰਾਜ ਹੈ ਜਿਹੜਾ ਉਹ ਉੜੀਸਾ ਹੈ। ਆਪਸ਼ਨ A ਸਾਡਾ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤ ਦਾ ਸਭ ਤੋਂ ਵੱਧ ਕਣਕ ਦੀ ਪੈਦਾਵਾਰ ਕਰਨ ਵਾਲਾ ਰਾਜ ਕਿਹੜਾ ਹੈ? ਹਰਿਆਣਾ, JNK ਯਾਨੀ ਕਿ ਜੰਮੂ ਐਂਡ ਕਸ਼ਮੀਰ, ਪੰਜਾਬ ਜਾਂ ਫਿਰ MP? ਤਾਂ ਇਹ ਰਾਜ ਹੈ ਜੀ ਪੰਜਾਬ। ਆਪਸ਼ਨ C ਜਿੱਥੇ ਸਭ ਤੋਂ ਵੱਧ ਕਣਕ ਦੀ ਪੈਦਾਵਾਰ ਹੈ ਜਿਹੜੀ ਹੁੰਦੀ ਹੈ। ਆਪਸ਼ਨ C ਸਾਡਾ ਆਨਸਰ ਆਏਗਾ। ਸਭ ਤੋਂ ਘੱਟ ਖੇਤਰ ਵਾਲਾ ਪ੍ਰਾਂਤ ਕਿਹੜਾ ਹੈ ਜਿੱਥੇ ਜਿਹਦਾ ਸਭ ਤੋਂ ਘੱਟ ਖੇਤਰਫਲ ਹੈ? ਮਿਜ਼ੋਰਮ, ਤ੍ਰਿਪੁਰਾ, ਗੋਆ ਜਾਂ ਫਿਰ ਮਨੀਪੁਰ? ਤਾਂ ਇਹਦਾ ਆਨਸਰ ਤੁਹਾਨੂੰ ਪਤਾ ਹੋਏਗਾ, ਅਕਸਰ ਇਹ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਤਾਂ ਸਭ ਤੋਂ ਘੱਟ ਖੇਤਰ ਵਾਲਾ ਪ੍ਰਾਂਤ ਹੈ ਜਿਹੜਾ ਉਹ ਗੋਆ ਹੈ। ਆਪਸ਼ਨ C ਸਾਡਾ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਦੁਨੀਆ ਦਾ ਸਭ ਤੋਂ ਵੱਡਾ ਅਤੇ ਡੂੰਘਾ ਮਹਾਸਾਗਰ ਕਿਹੜਾ ਹੈ? ਸੋ ਮਹਾਸਾਗਰਾਂ ਨਾਲ ਸੰਬੰਧਿਤ ਅਕਸਰ ਕੁਐਸਚਨ ਐਗਜ਼ਾਮ ਦੇ ਵਿੱਚ ਆਉਂਦੇ ਨੇ। ਹਿੰਦ ਮਹਾਸਾਗਰ, ਸ਼ਾਂਤ ਮਹਾਸਾਗਰ, ਕੈਸਪੀਅਨ ਸਾਗਰ ਜਾਂ ਫਿਰ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਦੁਨੀਆ ਦਾ ਸਭ ਤੋਂ ਵੱਡਾ ਅਤੇ ਡੂੰਘਾ ਮਹਾਸਾਗਰ ਹੈ ਤਾਂ ਇਹਦੇ ਵਿੱਚ ਕੋਈ ਨਹੀਂ, ਆਨਸਰ ਆਏਗਾ ਆਪਸ਼ਨ D। ਸੋ ਇਸ ਕੁਐਸਚਨ 'ਚ ਮਿਸਟੇਕ ਵੀ ਲੱਗਦੀ ਹੈ ਅਗਰ ਤੁਹਾਨੂੰ ਇਹਨਾਂ ਆਪਸ਼ਨਾਂ ਦੇ ਵਿੱਚ ਆਨਸਰ ਰਾਈਟਰ ਲੱਗ ਸਾਡੇ ਹਿਸਾਬ ਨਾਲ ਇੱਥੇ ਪ੍ਰਸ਼ਾਂਤ ਮਹਾਸਾਗਰ ਹੋਣਾ ਚਾਹੀਦਾ ਹੈ, ਕਿਉਂਕਿ ਇਹ ਫੌਂਟ ਪ੍ਰੋਬਲਮ ਵੀ ਹੋ ਸਕਦੀ ਹੈ ਜੋ ਸਾਡੇ ਧਿਆਨ ਵਿੱਚ ਨਹੀਂ ਰਹੀ। ਸੋ ਇਹਦਾ ਕਮੈਂਟ ਜ਼ਰੂਰ ਕਰਿਓ ਅਗਰ ਤੁਹਾਨੂੰ ਇਹਦੇ ਵਿੱਚ ਆਨਸਰ ਕੋਈ ਸਹੀ ਲੱਗਦਾ ਹੈ। ਅਗਲੇ ਕੁਐਸਚਨ ਵੱਲ ਚੱਲਦੇ ਹਾਂ। ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਕਿੱਥੇ ਹੈ? ਇਹਦੇ ਵਿੱਚ ਦੋ ਕੁਐਸਚਨ ਬਣਦੇ ਹੈ। ਦੁਨੀਆ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਕੀ ਹੈ? ਮਾਊਂਟ ਐਵਰੈਸਟ। ਅਤੇ ਇਹ ਕਿੱਥੇ ਹੈ ਇਹ ਦੱਸਣਾ ਹੈ। ਨੇਪਾਲ, ਭਾਰਤ ਜਾਂ ਨੇਪਾਲ ਭਾਰਤ ਜਾਂ ਫਿਰ ਨੇਪਾਲ ਤਿੱਬਤ? ਤਾਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਹੈ ਜਿਹੜੀ ਉਹ ਨੇਪਾਲ ਤਿੱਬਤ 'ਚ ਹੈ। ਆਪਸ਼ਨ D ਸਾਡਾ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਦੁਨੀਆ ਦਾ ਸਭ ਤੋਂ ਵਿਸ਼ਾਲ ਮਾਰੂਥਲ ਕਿਹੜਾ ਹੈ? ਰਾਜਸਥਾਨ, ਸਾਈਬੇਰੀਆ, ਸਹਾਰਾ ਜਾਂ ਫਿਰ ਗੋਬੀ? ਤਾਂ ਦੁਨੀਆ ਦਾ ਸਭ ਤੋਂ ਵਿਸ਼ਾਲ ਮਾਰੂਥਲ ਹੈ ਜਿਹੜਾ ਉਹ ਸਹਾਰਾ ਮਾਰੂਥਲ ਹੈ। ਇਹ ਕੁਐਸਚਨ ਵੀ ਜ਼ਿਆਦਾਤਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਮਾਰੂਥਲ ਨਾਲ ਸੰਬੰਧਿਤ। ਸਹਾਰਾ ਮਾਰੂਥਲ ਹੈ ਜਿਹੜਾ ਉਹ ਦੁਨੀਆ ਦਾ ਸਭ ਤੋਂ ਵਿਸ਼ਾਲ ਮਾਰੂਥਲ ਹੈ। ਅਗਲਾ ਪ੍ਰਸ਼ਨ ਹੈ, ਸੰਸਾਰ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਕਿਹੜੀ ਹੈ? ਬਡਰਲ ਝੀਲ, ਲੇਕ ਸੁਪੀਰੀਅਰ ਝੀਲ, ਵੁਲਰ ਝੀਲ ਜਾਂ ਫਿਰ ਬੈਕਾਲ ਝੀਲ? ਤਾਂ ਸੰਸਾਰ ਦੀ ਸਭ ਤੋਂ ਵੱਡੀ ਅਤੇ ਤਾਜ਼ੇ ਪਾਣੀ ਦੀ ਝੀਲ ਹੈ ਜਿਹੜੀ ਉਹ ਲੇਕ ਸੁਪੀਰੀਅਰ ਹੈ। ਆਪਸ਼ਨ B ਸਾਡਾ ਆਨਸਰ ਆਏਗਾ।
ਅਗਲਾ ਪ੍ਰਸ਼ਨ ਹੈ ਅਮਰੀਕਾ ਅਤੇ ਕੈਨੇਡਾ ਦੀ ਸਰਹੱਦ 'ਤੇ ਜਿਹੜਾ ਸਥਿਤ ਪਾਣੀ ਦਾ ਝਰਨਾ ਹੈ ਉਹਦਾ ਕੀ ਨਾਮ ਹੈ, ਜਾਂ ਕਿਹੜਾ ਝਰਨਾ ਸਥਿਤ ਹੈ ਅਮਰੀਕਾ ਕੈਨੇਡਾ ਦੀ ਸਰਹੱਦ 'ਤੇ? ਨਿਆਗਰਾ ਫਾਲ, ਐਂਜਲ ਫਾਲ, ਵਿਕਟੋਰੀਆ ਫਾਲ ਜਾਂ ਫਿਰ ਯੋਜ਼ਮਾਈਟ ਫਾਲ। ਤਾਂ ਅਮਰੀਕਾ ਕੈਨੇਡਾ ਸਰਹੱਦ 'ਤੇ ਸਥਿਤ ਜਿਹੜਾ ਪਾਣੀ ਦਾ ਝਰਨਾ ਹੈ ਉਹ ਨਿਆਗਰਾ ਫਾਲ ਹੈ। ਤਾਂ ਇਹਦਾ ਜ਼ਿਕਰ ਹੈ ਜਿਹੜਾ ਉਹ ਗੀਤ ਦੇ ਵਿੱਚ ਵੀ ਕੀਤਾ ਗਿਆ ਹੈ, ਨਿਆਗਰਾ ਫਾਲ ਜਿਹਾ ਤਰਸੇਮ ਜੱਸੜ ਦਾ ਜੋ ਸੌਂਗ ਹੈ ਤਾਂ ਉਹਦੇ ਵਿੱਚ ਹੀ ਇਹਦਾ ਜ਼ਿਕਰ ਕੀਤਾ ਗਿਆ। ਸੋ ਆਪਸ਼ਨ ਏ ਸਾਡਾ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸੰਸਾਰ ਦਾ ਸਭ ਤੋਂ ਉੱਚਾ ਪਾਣੀ ਦਾ ਝਰਨਾ ਕਿਹੜਾ ਹੈ? ਨਿਆਗਰਾ ਫਾਲ, ਐਂਜਲ ਫਾਲ, ਵਿਕਟੋਰੀਆ ਫਾਲ ਜਾਂ ਫਿਰ ਯੋਜ਼ਮਾਈਟ ਫਾਲ। ਤਾਂ ਇੱਥੇ ਸੰਸਾਰ ਦਾ ਸਭ ਤੋਂ ਉੱਚਾ ਪਾਣੀ ਦਾ ਝਰਨਾ ਪੁੱਛਿਆ ਗਿਆ ਹੈ ਤਾਂ ਉਹ ਹੈ ਜੀ ਐਂਜਲ ਫਾਲ। ਸੋ ਦੋ ਇਹ ਤੁਸੀਂ ਯਾਦ ਰੱਖਣੇ ਹੈ। ਅਮਰੀਕਾ ਕੈਨੇਡਾ ਦੀ ਸਰਹੱਦ ਹੈ ਜਿਹੜੀ ਇਸ 'ਤੇ ਸਥਿਤ ਪਾਣੀ ਦਾ ਝਰਨਾ ਜਿਹੜਾ ਨਿਆਗਰਾ ਫਾਲ ਹੈ, ਅਤੇ ਸੰਸਾਰ ਦਾ ਸਭ ਤੋਂ ਉੱਚਾ ਪਾਣੀ ਦਾ ਝਰਨਾ ਜਿਹੜਾ ਉਹ ਐਂਜਲ ਫਾਲ ਹੈ। ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ। ਨਹਿਰੀ ਸਿੰਚਾਈ ਕਿੱਥੇ ਪ੍ਰਸਿੱਧ ਹੈ? AP, HP, MP ਜਾਂ ਫਿਰ UP। ਤਾਂ ਨਹਿਰੀ ਸਿੰਚਾਈ ਹੈ ਜਿਹੜੀ ਇਹ UP ਦੇ ਵਿੱਚ ਪ੍ਰਸਿੱਧ ਹੈ। ਆਪਸ਼ਨ ਡੀ ਸਾਡਾ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ EI ਨੀਨੋ ਕਿਸ ਕਾਰਨ ਜਾਣਿਆ ਜਾਂਦਾ ਹੈ? ਸਮੁੰਦਰੀ ਵਾਯੂ ਦਾ ਪ੍ਰਵਾਹ, ਸਮੁੰਦਰੀ ਜਾਨਵਰ, ਸਮੁੰਦਰੀ ਸਤ੍ਹਾ ਜਾਂ ਫਿਰ ਸਮੁੰਦਰੀ ਤੂਫਾਨ ਲਈ। ਤਾਂ EI ਨੀਨੋ ਹੈ ਜਿਹੜਾ ਉਹ ਸਮੁੰਦਰੀ ਤੂਫਾਨ ਲਈ ਜਾਣਿਆ ਜਾਂਦਾ ਹੈ, ਇਸ ਦੇ ਕਾਰਨ ਜਾਣਿਆ ਜਾਂਦਾ ਇਹ। ਆਪਸ਼ਨ ਡੀ ਸਾਡਾ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਪਟਸ ਮਿੱਲਾਂ ਜ਼ਿਆਦਾਤਰ ਕਿੱਥੇ ਹਨ? ਕੋਲਕਾਤਾ, ਮੁੰਬਈ, ਚੇਨਈ ਜਾਂ ਫਿਰ ਦਿੱਲੀ ਦੇ ਵਿੱਚ। ਤਾਂ ਪਟਸ ਮਿੱਲਾਂ ਨੇ ਜਿਹੜੀਆਂ ਇਹ ਜ਼ਿਆਦਾ ਕੋਲਕਾਤਾ ਦੇ ਵਿੱਚ ਨੇ। ਆਪਸ਼ਨ ਏ ਸਾਡਾ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੋਸਟ ਇੰਪੋਰਟੈਂਟ ਹੈ, ਅਕਸਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਉੱਤਰੀ ਭਾਰਤ ਦੇ ਵਿੱਚ ਸਭ ਤੋਂ ਵੱਡਾ ਦਿਨ ਕਦੋਂ ਹੁੰਦਾ ਹੈ? 21 ਦਸੰਬਰ, 15 ਜੂਨ, 21 ਜੂਨ ਜਾਂ ਫਿਰ 17 ਮਈ ਨੂੰ। ਤਾਂ ਉੱਤਰੀ ਭਾਰਤ ਦੇ ਵਿੱਚ ਸਭ ਤੋਂ ਵੱਡਾ ਦਿਨ ਹੈ ਜਿਹੜਾ 21 ਜੂਨ ਨੂੰ ਹੁੰਦਾ ਹੈ। ਆਪਸ਼ਨ ਸੀ ਸਾਡਾ ਆਨਸਰ ਆਏਗਾ। ਅਗਲਾ ਉੱਤਰੀ ਭਾਰਤ ਵਿੱਚ ਸਭ ਤੋਂ ਛੋਟਾ ਦਿਨ। ਸੋ ਇਹਨਾਂ ਦੋਨਾਂ 'ਚੋਂ ਕੋਈ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਤਾਂ ਛੋਟਾ ਦਿਨ ਕਿਸ ਦਿਨ ਹੁੰਦਾ, ਕਿਸ ਤਾਰੀਖ ਨੂੰ ਹੁੰਦਾ ਹੈ? 21 ਜੂਨ, 22 ਦਸੰਬਰ, 15 ਜਨਵਰੀ ਜਾਂ ਫਿਰ 1 ਅਪ੍ਰੈਲ ਨੂੰ। ਤਾਂ ਉੱਤਰੀ ਭਾਰਤ ਵਿੱਚ ਸਭ ਤੋਂ ਛੋਟਾ ਦਿਨ ਜਿਹੜਾ ਉਹ 22 ਦਸੰਬਰ ਨੂੰ ਹੁੰਦਾ ਹੈ। ਆਪਸ਼ਨ ਬੀ ਸਾਡਾ ਆਨਸਰ ਆਏਗਾ। ਸਭ ਤੋਂ ਵੱਡਾ ਦਿਨ ਜਿਹੜਾ 21 ਜੂਨ ਨੂੰ ਹੁੰਦਾ ਹੈ ਅਤੇ ਸਭ ਤੋਂ ਛੋਟਾ ਦਿਨ ਉੱਤਰੀ ਭਾਰਤ ਦੇ ਵਿੱਚ 22 ਦਸੰਬਰ ਨੂੰ ਹੁੰਦਾ ਹੈ। ਅਗਲਾ ਪ੍ਰਸ਼ਨ ਹੈ ਕਿਹੜਾ ਗ੍ਰਹਿ ਸਭ ਤੋਂ ਵੱਡਾ ਗ੍ਰਹਿ ਹੈ? ਸੋ ਇਹਦੇ ਵਿੱਚ 4 ਆਪਸ਼ਨਾਂ ਦਿੱਤੀਆਂ ਨੇ, ਪਰ ਵੱਡਾ ਗ੍ਰਹਿ ਇਹਨਾਂ ਵਿੱਚੋਂ ਬ੍ਰਹਿਸਪਤੀ ਆਏਗਾ। ਬ੍ਰਹਿਸਪਤੀ ਗ੍ਰਹਿ ਜਿਹੜਾ ਸਭ ਤੋਂ ਵੱਡਾ ਹੈ। ਸੋ ਇਹਦੇ ਵਿੱਚ ਫੌਂਟ ਚੇਂਜ ਹੋਣ ਕਾਰਨ ਪ੍ਰੋਬਲਮ ਹੋਈ ਹੈ, ਕਿਉਂਕਿ ਬ੍ਰਹਿਸਪਤੀ ਗ੍ਰਹਿ ਦੀ ਆਪਸ਼ਨ ਸੀ ਇਹਦੇ ਵਿੱਚ। ਤਾਂ ਯਾਦ ਰੱਖ ਲਿਓ ਬ੍ਰਹਿਸਪਤੀ ਗ੍ਰਹਿ ਹੈ ਜਿਹੜਾ ਉਹ ਸਭ ਤੋਂ ਵੱਡਾ ਗ੍ਰਹਿ ਹੈ। ਅਗਲਾ ਪ੍ਰਸ਼ਨ ਹੈ ਸਭ ਤੋਂ ਗਰਮ ਗ੍ਰਹਿ ਕਿਹੜਾ ਹੈ? ਬੁੱਧ, ਸ਼ਨੀ, ਵਰੁਣ ਜਾਂ ਫਿਰ ਸ਼ੁੱਕਰ। ਤਾਂ ਸਭ ਤੋਂ ਗਰਮ ਗ੍ਰਹਿ ਹੈ ਜਿਹੜਾ ਉਹ ਬੁੱਧ ਹੈ। ਆਪਸ਼ਨ ਏ ਸਾਡਾ ਆਨਸਰ ਆਏਗਾ, ਕਿਉਂਕਿ ਇਹ ਧਰਤੀ ਦੇ ਨਜ਼ਦੀਕ ਹੈ। ਅਗਲਾ ਪ੍ਰਸ਼ਨ ਹੈ ਉੱਤਰ ਤੋਂ ਦੱਖਣ ਵੱਲ ਭਾਰਤ ਦੀ ਲੰਬਾਈ ਕਿੰਨੀ ਹੈ? ਤਾਂ ਦਿਸ਼ਾਵਾਂ ਦੇ ਆਧਾਰ 'ਤੇ ਪੁੱਛਿਆ ਗਿਆ ਹੈ। ਉੱਤਰ ਤੋਂ ਦੱਖਣ ਵੱਲ 3214 ਕਿਲੋਮੀਟਰ, 3047 ਕਿਲੋਮੀਟਰ, 2500 ਕਿਲੋਮੀਟਰ ਜਾਂ ਫਿਰ 3832 ਕਿਲੋਮੀਟਰ। ਤਾਂ ਉੱਤਰ ਤੋਂ ਦੱਖਣ ਵੱਲ ਭਾਰਤ ਦੀ ਲੰਬਾਈ ਹੈ ਜਿਹੜੀ ਉਹ 3214 ਕਿਲੋਮੀਟਰ ਹੈ। ਆਪਸ਼ਨ ਏ ਸਾਡਾ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਇਸੇ ਨਾਲ ਸੰਬੰਧਿਤ ਹੈ ਪੂਰਬ ਤੋਂ ਪੱਛਮ ਵੱਲ ਭਾਰਤ ਦੀ ਚੌੜਾਈ ਕਿੰਨੀ ਹੈ? 2933 ਕਿਲੋਮੀਟਰ, 2091 ਕਿਲੋਮੀਟਰ, 3428 ਕਿਲੋਮੀਟਰ, 2987 ਕਿਲੋਮੀਟਰ। ਤਾਂ ਪੂਰਬ ਤੋਂ ਪੱਛਮ ਵੱਲ ਭਾਰਤ ਦੀ ਚੌੜਾਈ ਹੈ ਜਿਹੜੀ 2933 ਕਿਲੋਮੀਟਰ ਹੈ। ਆਪਸ਼ਨ ਏ ਸਾਡਾ ਆਨਸਰ ਆਏਗਾ। ਸੋ ਉੱਤਰ ਤੋਂ ਦੱਖਣ ਵੱਲ ਲੰਬਾਈ 'ਤੇ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ, ਪੂਰਬ ਤੋਂ ਪੱਛਮ ਵੱਲ ਭਾਰਤ ਦੀ ਚੌੜਾਈ 'ਤੇ ਵੀ ਪ੍ਰਸ਼ਨ ਹੈ ਜਿਹੜਾ ਉਹ ਪੁੱਛਿਆ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ ਗ੍ਰੀਨਵਿਚ ਮੈਰੀਡੀਅਨ ਕੀ ਹੈ?
ਜਾਂ ਸ਼ਾਰਟ ਦੇ ਵਿੱਚ ਪਾਇਆ ਗਿਆ। ਇਸੇ ਤਰ੍ਹਾਂ ਐਗਜ਼ਾਮ ਦੇ ਵਿੱਚ ਤੁਸੀਂ ਕੁਐਸਚਨ ਦੇਖੇ ਹੋਣੇ। 0 ਡਿਗਰੀ ਦੇਸ਼ਾਂਤਰ, 23 ਡਿਗਰੀ ਨਾਰਥ, 0 ਡਿਗਰੀ ਅਕਸ਼ਾਂਸ਼ ਜਾਂ ਫਿਰ 180 ਡਿਗਰੀ ਦੇਸ਼ਾਂਤਰ। ਤਾਂ ਇਹਦਾ ਆਨਸਰ ਆਏਗਾ ਜੀ ਆਪਸ਼ਨ ਏ 0 ਡਿਗਰੀ ਦੇਸ਼ਾਂਤਰ। ਤਾਂ ਇਹ 0 ਡਿਗਰੀ ਦੇਸ਼ਾਂਤਰ ਹੈ ਗ੍ਰੀਨਵਿਚ ਮੈਰੀਡੀਅਨ। ਅਗਲਾ ਪ੍ਰਸ਼ਨ ਹੈ ਧਰਤੀ ਦੇ ਸਭ ਤੋਂ ਨੇੜਲਾ ਗ੍ਰਹਿ ਕਿਹੜਾ ਹੈ? ਸ਼ੁੱਕਰ, ਵਰੁਣ, ਯੂਰੇਨਸ ਜਾਂ ਫਿਰ ਮੰਗਲ। ਤਾਂ ਧਰਤੀ ਦੇ ਨੇੜਲਾ ਸਭ ਤੋਂ ਗ੍ਰਹਿ ਜਿਹੜਾ ਉਹ ਸ਼ੁੱਕਰ ਹੈ। ਆਪਸ਼ਨ ਏ ਸਾਡਾ ਆਨਸਰ ਆਏਗਾ। ਸ਼ੁੱਕਰ ਗ੍ਰਹਿ ਜਿਹੜਾ ਉਹ ਧਰਤੀ ਦੇ ਸਭ ਤੋਂ ਨੇੜੇ ਹੈ। ਅਗਲਾ ਪ੍ਰਸ਼ਨ ਹੈ ਚੰਦਰਮਾ ਆਪਣੀ ਰੌਸ਼ਨੀ ਕਿਸ ਤੋਂ ਲੈਂਦਾ ਹੈ? ਸੂਰਜ ਤੋਂ, ਤਾਰੇ ਤੋਂ, ਧਰਤੀ ਤੋਂ ਜਾਂ ਫਿਰ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਚੰਦਰਮਾ ਜਿਹੜੀ ਆਪਣੀ ਰੌਸ਼ਨੀ ਹੈ ਉਹ ਧਰਤੀ ਤੋਂ ਲੈਂਦਾ ਹੈ। ਆਪਸ਼ਨ ਸੀ ਸਾਡਾ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸਭ ਤੋਂ ਠੰਡਾ ਗ੍ਰਹਿ ਕਿਹੜਾ ਹੈ? ਯੂਰੇਨਸ, ਵਰੁਣ, ਪਲੂਟੋ ਜਾਂ ਫਿਰ ਧਰਤੀ। ਤਾਂ ਸਭ ਤੋਂ ਠੰਡਾ ਗ੍ਰਹਿ ਜਿਹੜਾ ਉਹ ਪਲੂਟੋ ਹੈ। ਆਪਸ਼ਨ ਸੀ, ਕਿਉਂਕਿ ਇਹ ਦੂਰ ਗ੍ਰਹਿ ਹੈ ਧਰਤੀ ਤੋਂ, ਇਸ ਕਰਕੇ ਠੰਡਾ ਹੈ। ਜੋ ਗ੍ਰਹਿ ਧਰਤੀ ਦੇ ਨਜ਼ਦੀਕ ਨੇ ਉਹ ਗਰਮ ਨੇ। ਸੋ ਦੂਰੀ ਅਤੇ ਨਜ਼ਦੀਕੀ ਦੇ ਹਿਸਾਬ ਨਾਲ ਇਹਨਾਂ ਗ੍ਰਹਿਆਂ ਦਾ ਤਾਪਮਾਨ ਹੈ। ਸੋ ਦੋਸਤੋ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ MCQ ਪ੍ਰਸ਼ਨ ਉੱਤਰ ਸੀ। ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਬਾਕੀ ਟੈਲੀਗ੍ਰਾਮ ਗਰੁੱਪ ਜੁਆਇਨ ਕਰਨਾ ਨਾ ਭੁੱਲਣਾ, ਤਾਂ ਜੋ ਤੁਹਾਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਨਾਲ ਦੀ ਨਾਲ ਮਿਲਦੇ ਰਹਿਣ ਅਤੇ ਜੋ ਵੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਹ ਵੀ ਸ਼ਾਰਟ ਦੇ ਵਿੱਚ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲਦੀ ਰਹੇ। ਇਹ ਗਰੁੱਪ ਇਸੇ ਕਰਕੇ ਬਣਾਇਆ ਗਿਆ ਕਿਉਂਕਿ YouTube ਤੋਂ ਕਈ ਵਾਰ ਤੁਹਾਨੂੰ ਨੋਟੀਫਿਕੇਸ਼ਨ ਸਮੇਂ ਸਿਰ ਜਿਹੜਾ ਉਹ ਸ਼ੋਅ ਨਹੀਂ ਹੁੰਦਾ, ਨੋਟੀਫਿਕੇਸ਼ਨ ਨਹੀਂ ਮਿਲਦਾ, ਟੈਕਨੀਕਲ ਪ੍ਰੋਬਲਮ ਵੀ ਆ ਜਾਂਦੀ ਹੈ ਜਾਂ ਨੈਟਵਰਕ ਪ੍ਰੋਬਲਮ ਵੀ ਆ ਜਾਂਦੀ ਹੈ। ਸੋ ਟੈਲੀਗ੍ਰਾਮ ਗਰੁੱਪ ਨਾਲ ਤੁਸੀਂ ਜਲਦੀ ਜਿਹੜਾ ਅਪਡੇਟ ਲੈ ਸਕੋਗੇ। ਸੋ ਜ਼ਰੂਰ ਸਾਰੇ ਜਾਣੇ ਟੈਲੀਗ੍ਰਾਮ ਗਰੁੱਪ ਜੁਆਇਨ ਕਰੋ ਜੋ ਵੀ ਸਾਡੇ ਚੈਨਲ ਨਾਲ ਜੁੜੇ ਹੋਏ ਨੇ। ਬਾਕੀ ਅੱਗੇ ਜੋ ਅਪਡੇਟ ਆਏਗੀ ਨਾਲ ਦੀ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਕੰਟੀਨਿਊ ਅਲੱਗ-ਅਲੱਗ ਟੌਪਿਕਾਂ ਦੇ ਵੀਡੀਓ ਤੁਹਾਨੂੰ ਪ੍ਰੋਵਾਈਡ ਕਰਦੇ ਰਹਾਂਗੇ। ਧੰਨਵਾਦ ਜੀ।